ਮੈਂ ਇਕੱਲਾ ਬਿਸਤਰ ਤੇ ਕਰਵਟ ਬਦਲ ਰਿਹਾ ਸੀ। ਮੈਨੂੰ ਆਪਣੀ ਪਤਨੀ ਤੋਂ ਬਿਨਾਂ ਬਿਲਕੁਲ ਨੀਂਦ ਨਹੀਂ ਆ ਰਹੀ ਸੀ। ਮੈਨੂੰ ਅਜੀਬ ਬੇਚੈਨੀ ਦਾ ਅਹਿਸਾਸ ਹੋ ਰਿਹਾ ਸੀ। ਇਸ ਲਈ ਮੈਂ ਆਪਣੀ ਪਤਨੀ ਦੇ ਕਮਰੇ ਵਿੱਚ ਚਲਾ ਗਿਆ ਤਾਂ ਕਿ ਉਸ ਨੂੰ ਕਮਰੇ ਵਿੱਚ ਵਾਪਸ ਲੈ ਆਵਾਂ। ਮੇਰੀ ਪਤਨੀ ਹਰ ਐਤਵਾਰ ਦੀ ਰਾਤ ਅਲੱਗ ਕਮਰੇ ਵਿੱਚ ਗੁਜ਼ਾਰਦੀ ਸੀ। ਹੁਣ ਤੱਕ ਮੈਨੂੰ ਕੋਈ ਇਤਰਾਜ਼ ਨਹੀਂ ਸੀ। ਮੈਂ ਆਪਣੀ ਪਤਨੀ ਦੇ ਕਮਰੇ ਵਿੱਚ ਜਾ ਕੇ ਦੇਖਿਆ ਤਾਂ ਉਹ ਉੱਥੇ ਮੌਜੂਦ ਨਹੀਂ ਸੀ। ਮੈਂ ਹੈਰਾਨ ਸੀ ਕਿ ਉਹ ਅੱਧੀ ਰਾਤ ਨੂੰ ਕਿੱਥੇ ਜਾ ਸਕਦੀ ਹੈ। ਸਾਡਾ ਘਰ ਕਾਫੀ ਵੱਡਾ ਸੀ। ਮੈਂ ਉਸ ਨੂੰ ਲੱਭਣ ਲੱਗਿਆ, ਉਹ ਮੈਨੂੰ ਕਿਤੇ ਨਾ ਮਿਲੀ। ਜਦੋਂ ਮੈਂ ਸਟੋਰ ਰੂਮ ਦੇ ਅੱਗੇ ਗਿਆ ਤਾਂ ਮੈਨੂੰ ਕੁਝ ਆਵਾਜ਼ਾਂ ਸੁਣਾਈ ਦਿੱਤੀਆਂ। ਮੈਂ ਜਦੋਂ ਸਟੋਰ ਰੂਮ ਦਾ ਦਰਵਾਜ਼ਾ ਖੋਲ੍ਹਿਆ ਤਾਂ ਅੰਦਰ ਜੋ ਦੇਖਿਆ, ਮੇਰੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ। ਮੈਂ ਸੋਚ ਵੀ ਨਹੀਂ ਸਕਦਾ ਸੀ ਕਿ ਮੇਰੀ ਪਤਨੀ ਮੈਨੂੰ ਇਸ ਹਾਲਤ ਵਿੱਚ ਮਿਲੇਗੀ। ਅਸੀਂ 2 ਭਰਾ ਸੀ ਤੇ ਸਾਡੀ ਇੱਕ ਬੁੱਢੀ ਮਾਂ ਸੀ। ਸਾਡੀ ਮਾਂ ਬਹੁਤ ਦਿਨਾਂ ਤੋਂ ਬਿਮਾਰ ਸੀ। ਸਾਰੇ ਘਰ ਦਾ ਕੰਮ ਇੱਧਰ ਉੱਧਰ ਹੋ ਚੁੱਕਿਆ ਸੀ। ਜਿੰਨਾ ਹੋ ਸਕਦਾ ਅਸੀਂ ਦੋਨੇ ਭਰਾ ਮਾਂ ਦਾ ਖਿਆਲ ਰੱਖਦੇ। ਫਿਰ ਵੀ ਔਰਤ ਦੀ ਕਮੀ ਦਾ ਅਹਿਸਾਸ ਹੁੰਦਾ, ਕਿਉਂਕਿ ਅਸੀਂ ਇੱਕ ਔਰਤ ਦੀ ਤਰ੍ਹਾਂ ਤਾਂ ਘਰ ਨਹੀਂ ਸੰਭਾਲ ਸਕਦੇ ਸੀ। ਇੱਕ ਦਿਨ ਮਾਂ ਦੀ ਪੁਰਾਣੀ ਸਹੇਲੀ ਸਾਡੇ ਘਰ ਆਈ। ਉਸਨੇ ਮਾਂ ਦੀ ਹਾਲਤ ਦੇਖ ਕੇ ਇੱਕ ਸਲਾਹ ਦਿੱਤੀ ਕਿ ਮੇਰੇ ਵੱਡੇ ਭਰਾ ਦਾ ਵਿਆਹ ਕਰ ਦਿੱਤਾ ਜਾਵੇ। ਉਸਨੇ ਆਪਣੀ ਭਤੀਜੀ ਦੀ ਤਸਵੀਰ ਵੀ ਦਿਖਾਈ। ਉਹ ਕੁੜੀ ਬਹੁਤ ਸੋਹਣੀ ਸੀ। ਮਾਂ ਨੂੰ ਤਾਂ ਕੁੜੀ ਪਹਿਲੀ ਨਜ਼ਰ ਵਿੱਚ ਹੀ ਪਸੰਦ ਆ ਗਈ। ਉਸ ਦਾ ਨਾਮ ਜੋਤੀ ਸੀ। ਮਾਂ ਨੂੰ ਵੀ ਲੱਗਿਆ ਕਿ ਹੁਣ ਨੂੰਹ ਲੈ ਆਉਣੀ ਚਾਹੀਦੀ ਹੈ ਤਾਂ ਜੋ ਉਹ ਆ ਕੇ ਸਾਰਾ ਘਰ ਸੰਭਾਲ ਲਵੇ। ਮੇਰੀ ਮਾਂ ਮੇਰੇ ਵੱਡੇ ਭਰਾ ਨਾਲ ਜੋਤੀ ਦਾ ਵਿਆਹ ਕਰਨਾ ਚਾਹੁੰਦੀ ਸੀ, ਪਰ ਮੇਰੇ ਭਰਾ ਨੇ ਸਾਫ਼ ਮਨਾ ਕਰ ਦਿੱਤਾ, ਕਿਉਂਕਿ ਉਹ ਕਿਸੇ ਗਰੀਬ ਘਰ ਦੀ ਕੁੜੀ ਨਾਲ ਵਿਆਹ ਕਰਵਾਉਣਾ ਚਾਹੁੰਦੇ ਸਨ। ਮੇਰਾ ਭਰਾ ਬਹੁਤ ਨੇਕ ਦਿਲ ਇਨਸਾਨ ਸੀ। ਜਦੋਂ ਵੱਡਾ ਭਰਾ ਵਿਆਹ ਲਈ ਰਾਜੀ ਨਹੀਂ ਹੋਇਆ ਤਾਂ ਮਾਂ ਨੇ ਮੈਨੂੰ ਜੋਤੀ ਦੀ ਤਸਵੀਰ ਦਿਖਾਈ। ਮੈਨੂੰ ਤਾਂ ਉਹ ਦੇਖਦੇ ਹੀ ਪਸੰਦ ਆ ਗਈ। ਉਹ ਬਹੁਤ ਪੜ੍ਹੀ ਲਿਖੀ ਤੇ ਚੰਗੇ ਖਾਨਦਾਨ ਦੀ ਕੁੜੀ ਸੀ। ਮੇਰਾ ਤੇ ਜੋਤੀ ਦਾ ਵਿਆਹ ਕਰ ਦਿੱਤਾ ਗਿਆ। ਉਹ ਵਿਆਹ ਵਾਲੇ ਦਿਨ ਬਹੁਤ ਸੋਹਣੀ ਲੱਗ ਰਹੀ ਸੀ। ਮੈਂ ਤਾਂ ਉਸ ਦਾ دیਵਾਨਾ ਹੋ ਗਿਆ ਸੀ। ਹੁਣ ਉਹ ਪੂਰੀ ਤਰ੍ਹਾਂ ਮੇਰੀ ਹੋ ਚੁੱਕੀ ਸੀ। ਜੋਤੀ ਦੇ ਰੂਪ ਵਿੱਚ ਮੈਨੂੰ ਬਿਹਤਰੀਨ ਜੀਵਨ ਸਾਥੀ ਮਿਲ ਗਿਆ ਸੀ। ਮੈਂ ਉਸ ਦਾ ਪੂਰਾ ਖਿਆਲ ਰੱਖਦਾ ਸੀ। ਉਸਨੇ ਥੋੜੇ ਦਿਨਾਂ ਵਿੱਚ ਹੀ ਸਾਰੇ ਘਰ ਦੀ ਜ਼ਿੰਮੇਵਾਰੀ ਸੰਭਾਲ ਲਈ ਸੀ। ਉਹ ਮਾਂ ਦਾ ਵੀ ਬਹੁਤ ਖਿਆਲ ਰੱਖਦੀ ਸੀ, ਪਰ ਮੇਰਾ ਵੱਡਾ ਭਰਾ ਉਸ ਦੇ ਸਾਹਮਣੇ ਨਾ ਆਉਂਦਾ ਤੇ ਉਸ ਤੋਂ ਕੋਈ ਕੰਮ ਨਾ ਕਰਵਾਉਂਦਾ। ਆਪਣੇ ਕੰਮ ਆਪ ਹੀ ਕਰ ਲੈਂਦਾ। ਜੋਤੀ ਘਰ ਦੇ ਕੰਮਾਂ ਨਾਲ ਮੈਨੂੰ ਵੀ ਪੂਰਾ ਸਮਾਂ ਦਿੰਦੀ। ਦਿਨ ਗੁਜ਼ਰਦੇ ਗਏ। ਇੱਕ ਰਾਤ ਅਚਾਨਕ ਹੀ ਜੋਤੀ ਨੇ ਕਿਹਾ, ਮੈਂ ਅੱਜ ਰਾਤ ਅਲੱਗ ਕਮਰੇ ਵਿੱਚ ਸੋਵਾਂਗੀ। ਮੈਂ ਪੁੱਛਿਆ ਕਿ ਕੀ ਹੋਇਆ, ਮੇਰੇ ਨਾਲ ਨਾਰਾਜ਼ ਹੈ? ਮੇਰਾ ਉਤਰਿਆ ਚਿਹਰਾ ਦੇਖ ਕੇ ਉਹ ਕਹਿਣ ਲੱਗੀ ਕਿ ਪਰੇਸ਼ਾਨ ਨਾ ਹੋਵੋ। ਦਰਅਸਲ ਮੈਂ ਮੰਨਤ ਮੰਗੀ ਸੀ ਕਿ ਜੇ ਮੈਨੂੰ ਵਧੀਆ ਪਤੀ ਤੇ ਸਹੁਰਾ ਪਰਿਵਾਰ ਵੀ ਵਧੀਆ ਮਿਲਿਆ ਤਾਂ ਮੈਂ ਹਰ ਐਤਵਾਰ ਆਪਣੇ ਪਤੀ ਤੋਂ ਅਲੱਗ ਰਹਾਂਗੀ। ਇਸ ਲਈ ਮੈਂ ਆਪਣੀ ਮੰਨਤ ਪੂਰੀ ਕਰਨੀ ਹੈ। ਮੈਨੂੰ ਹੈਰਾਨੀ ਤਾਂ ਹੋਈ ਕਿ ਇਹ ਕਿਸ ਤਰ੍ਹਾਂ ਦੀ ਮੰਨਤ ਹੋਈ, ਪਰ ਫਿਰ ਵੀ ਮੈਂ ਕਿਹਾ ਕਿ ਜੇ ਇਹ ਤੇਰੀ ਮੰਨਤ ਹੈ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਹੈ। ਪਰ ਉਸ ਤੋਂ ਦੂਰ ਰਹਿਣਾ ਮੇਰੇ ਲਈ ਆਸਾਨ ਨਹੀਂ ਸੀ। ਉਹ ਦੂਸਰੇ ਕਮਰੇ ਵਿੱਚ ਚਲੀ ਗਈ। ਮੈਂ ਵੀ ਇਹ ਸੋਚ ਕੇ ਸੌਂ ਗਿਆ ਕਿ ਚਲੋ ਇੱਕ ਰਾਤ ਦੀ ਤਾਂ ਗੱਲ ਹੈ। ਅਗਲੀ ਸਵੇਰ ਜੋਤੀ ਦਾ ਚਿਹਰਾ ਉਤਰਿਆ ਹੋਇਆ ਸੀ। ਪੁੱਛਣ ਤੇ ਕਹਿਣ ਲੱਗੀ ਕਿ ਮੈਨੂੰ ਚੰਗੀ ਤਰ੍ਹਾਂ ਨੀਂਦ ਨਹੀਂ ਆਈ। ਸਭ ਕੁਝ ਠੀਕ ਚੱਲ ਰਿਹਾ ਸੀ, ਪਰ ਹਰ ਐਤਵਾਰ ਜੋਤੀ ਅਲੱਗ ਕਮਰੇ ਵਿੱਚ ਪੈਣਾ ਮੈਨੂੰ ਚੰਗਾ ਨਹੀਂ ਲੱਗ ਰਿਹਾ ਸੀ। ਮੈਨੂੰ ਬੇਚੈਨੀ ਜਿਹੀ ਮਹਿਸੂਸ ਹੋਣ ਲੱਗੀ। ਇਸ ਲਈ ਮੈਂ ਉੱਠ ਕੇ ਜੋਤੀ ਦੇ ਕਮਰੇ ਵੱਲ ਚੱਲ ਗਿਆ, ਪਰ ਉਹ ਉੱਥੇ ਨਹੀਂ ਸੀ। ਮੈਂ ਹੈਰਾਨ ਹੋ ਗਿਆ ਕਿ ਉਹ ਇੰਨੀ ਰਾਤ ਨੂੰ ਕਿੱਥੇ ਜਾ ਸਕਦੀ ਹੈ। ਮੈਂ ਉਸ ਨੂੰ ਘਰ ਵਿੱਚ ਲੱਭਣ ਲੱਗਿਆ। ਜਦੋਂ ਸਟੋਰ ਰੂਮ ਕੋਲ ਪਹੁੰਚਿਆ ਤਾਂ ਉੱਥੋਂ ਆਵਾਜ਼ ਆ ਰਹੀ ਸੀ। ਜਦੋਂ ਮੈਂ ਸਟੋਰ ਰੂਮ ਦਾ ਦਰਵਾਜ਼ਾ ਖੋਲ੍ਹਿਆ ਤਾਂ ਜੋਤੀ ਤੇ ਮੇਰਾ ਵੱਡਾ ਭਰਾ ਉੱਥੇ ਮੌਜੂਦ ਸਨ।
ਮੇਰੇ ਭਰਾ ਨੇ ਜੋਤੀ ਦੇ ਹੱਥ ਫੜੇ ਹੋਏ ਸਨ ਤੇ ਉਸ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਮੇਰਾ ਭਰਾ ਕਹਿਣ ਲੱਗਿਆ, ਤੇਰੀ ਪਤਨੀ ਇੱਥੇ ਆਪਣੇ ਆਸ਼ਿਕ ਨਾਲ ਮੁਲਾਕਾਤ ਕਰ ਰਹੀ ਸੀ। ਮੈਂ ਅੰਦਰ ਆਇਆ ਤੇ ਰੌਲਾ ਪਾਉਣ ਲੱਗੀ। ਇਸ ਦਾ ਆਸ਼ਿਕ ਤਾਂ ਭੱਜ ਗਿਆ। ਜਦੋਂ ਮੈਂ ਕਿਹਾ ਕਿ ਤੇਰੀ ਸੱਚਾਈ ਸਭ ਨੂੰ ਦੱਸ ਦੇਵਾਂਗਾ ਤਾਂ ਇਹ ਉਲਟਾ ਮੇਰੇ ਤੇ ਇਲਜ਼ਾਮ ਲਗਾਉਣ ਲੱਗੀ ਕਿ ਮੈਂ ਇਸ ਦੀ ਇੱਜ਼ਤ ਨੂੰ ਹੱਥ। ਆਪਣੇ ਭਰਾ ਦੀ ਗੱਲ ਸੁਣ ਕੇ ਮੇਰਾ ਗੁੱਸਾ 7ਵੇਂ ਅਸਮਾਨ ਤੇ ਪਹੁੰਚ ਗਿਆ। ਜੋਤੀ ਇੱਕ ਜ਼ੋਰਦਾਰ ਥੱਪੜ ਜੜ ਦਿੱਤਾ। ਉਹ ਮੈਨੂੰ ਕਹਿਣ ਲੱਗੀ ਕਿ ਮੈਨੂੰ ਤੇਰੇ ਭਰਾ ਨੇ ਇੱਥੇ ਬੁਲਾਇਆ ਹੈ। ਮੈਂ ਫਿਰ ਉਸ ਦੇ ਇੱਕ ਥੱਪੜ ਮਾਰਿਆ ਕਿਉਂਕਿ ਆਪਣੇ ਨੇਕ ਦਿਲ ਭਰਾ ਦੇ ਖਿਲਾਫ ਅਜਿਹੀ ਗੱਲ ਨਹੀਂ ਸੁਣ ਸਕਦਾ ਸੀ। ਹੁਣ ਮੈਨੂੰ ਸਮਝ ਆ ਗਿਆ ਸੀ ਕਿ ਇਹ ਉਸ ਦੀ ਮੰਨਤ ਨਹੀਂ ਸਗੋਂ ਸੋਚਿਆ ਸਮਝਿਆ ਪਲਾਨ ਸੀ। ਮੈਂ ਜੋਤੀ ਨੂੰ ਕਿਹਾ ਕਿ ਮੈਂ ਤੇਰੀ ਸ਼ਕਲ ਨਹੀਂ ਦੇਖਣਾ ਚਾਹੁੰਦਾ। ਇੰਨਾ ਵੱਡਾ ਧੋਖਾ ਕਿਵੇਂ ਕਰ ਸਕਦੀ ਹੈ ਤੂੰ ਮੇਰੇ ਨਾਲ? ਕੀ ਕਮੀ ਸੀ ਮੇਰੇ ਪਿਆਰ ਵਿੱਚ? ਮੈਂ ਉਸ ਨੂੰ ਕਿਹਾ, ਸਮਾਨ ਪੈਕ ਕਰ ਤੇ ਆਪਣੇ ਘਰ ਚਲੀ ਜਾ। ਮੈਂ ਤੇਰੇ ਵਰਗੀ ਬੇਗੈਰਤ ਕੁੜੀ ਨਾਲ ਨਹੀਂ ਰਹਿ ਸਕਦਾ। ਜੋਤੀ ਮੇਰੇ ਪੈਰਾਂ ਤੇ ਡਿੱਗ ਕੇ ਰੋਣ ਲੱਗੀ ਕਿ ਮੇਰਾ ਕੋਈ ਕਸੂਰ ਨਹੀਂ ਹੈ। ਇੱਕ ਵਾਰ ਮੇਰੀ ਗੱਲ ਸੁਣ ਲਵੋ। ਮੈਨੂੰ ਉਸ ਤੇ ਯਕੀਨ ਨਹੀਂ ਸੀ ਪਰ ਫਿਰ ਵੀ ਉਸ ਨੂੰ ਆਪਣੀ ਗੱਲ ਰੱਖਣ ਦਾ ਇੱਕ ਮੌਕਾ ਦੇ ਦਿੱਤਾ। ਉਹ ਕਹਿਣ ਲੱਗੀ, ਮੈਂ ਜਦੋਂ ਆਪਣੇ ਘਰ ਗਈ ਸੀ ਤਾਂ ਉੱਥੇ ਮੈਨੂੰ ਪਤਾ ਚੱਲਿਆ ਕਿ ਮੇਰੇ ਕਾਲਜ ਦਾ ਇੱਕ ਦੋਸਤ ਦੁਬਈ ਜਾ ਰਿਹਾ ਹੈ। ਇਸ ਲਈ ਮੈਂ ਉਸ ਨੂੰ ਆਖਰੀ ਵਾਰ ਮਿਲਣ ਚਲੀ ਗਈ। ਪਰ ਇਹ ਮੁਲਾਕਾਤ ਮੇਰੇ ਲਈ ਫਾਂਸੀ ਦਾ ਫੰਦਾ ਬਣ ਗਈ। ਜਦੋਂ ਮੈਂ ਉਸ ਨੂੰ ਮਿਲਣ ਗਈ ਤਾਂ ਤੁਹਾਡੇ ਭਰਾ ਨੇ ਮੈਨੂੰ ਦੇਖ ਲਿਆ ਸੀ ਤੇ ਸਾਡੀ ਵੀਡੀਓ ਬਣਾ ਲਈ ਜਿਸ ਵਿੱਚ ਉਹ ਮੈਨੂੰ ਜਾਣ ਲੱਗਿਆਂ ਗਲੇ ਮਿਲ ਰਿਹਾ ਸੀ, ਸਿਰਫ ਇੱਕ ਦੋਸਤ ਦੀ ਹੈਸੀਅਤ ਨਾਲ। ਪਰ ਤੁਹਾਡਾ ਭਰਾ ਮੈਨੂੰ ਬਲੈਕਮੇਲ ਕਰਨ ਲੱਗਿਆ ਸੀ ਕਿ ਉਹ ਇਹ ਵੀਡੀਓ ਤੁਹਾਨੂੰ ਦਿਖਾ ਦੇਵੇਗਾ ਕਿ ਮੇਰਾ ਕਿਤੇ ਹੋਰ ਚੱਕਰ ਹੈ। ਉਸਨੇ ਮੈਨੂੰ ਕਿਹਾ, ਤੈਨੂੰ ਹਫ਼ਤੇ ਵਿੱਚ ਇੱਕ ਰਾਤ ਮੇਰੇ ਨਾਲ। ਮੈਂ ਤੁਹਾਡੇ ਤੋਂ ਦੂਰ ਨਹੀਂ ਜਾਣਾ ਚਾਹੁੰਦੀ ਸੀ, ਇਸ ਲਈ ਮੈਂ ਨਾ ਚਾਹੁੰਦੇ ਹੋਏ ਵੀ ਉਸ ਦੀ ਗੱਲ ਮੰਨ ਲਈ। ਮੈਂ ਡਰਦੇ ਮਾਰੇ ਕਦੇ ਸੱਚ ਨਹੀਂ ਬੋਲ ਪਾਈ। ਮੈਂ ਉਸ ਦੀ ਹਰ ਗੱਲ ਤੇ ਯਕੀਨ ਕਰ ਸਕਦਾ ਸੀ ਪਰ ਮੇਰੇ ਭਰਾ ਬਾਰੇ ਕਹੀ ਉਸ ਦੀ ਇਹ ਗੱਲ ਨਹੀਂ ਮੰਨ ਸਕਦਾ ਸੀ ਕਿ ਮੇਰਾ ਭਰਾ ਉਸ ਨੂੰ ਰਾਤ ਨੂੰ ਆਪਣੇ ਕੋਲ ਬੁਲਾ ਸਕਦਾ ਹੈ। ਉਹ ਤਾਂ ਇੰਨਾ ਸ਼ਰੀਫ ਸੀ ਕਿ ਕਿਸੇ ਕੁੜੀ ਨੂੰ ਅੱਖ ਚੁੱਕ ਕੇ ਵੀ ਨਹੀਂ ਦੇਖਦਾ ਸੀ। ਫਿਰ ਆਪਣੇ ਹੀ ਭਰਾਵਾਂ ਦੀ ਪਤਨੀ ਨਾਲ ਉਹ ਇਸ ਤਰ੍ਹਾਂ ਕਿਵੇਂ ਕਰ ਸਕਦਾ ਸੀ? ਜੋਤੀ ਦੇ ਹੰਝੂ ਆਪਣੀ ਸੱਚਾਈ ਪੇਸ਼ ਕਰ ਰਹੇ ਸਨ ਪਰ ਮੇਰੇ ਭਰਾ ਤੇ ਉਂਗਲ ਉਠਾਉਣ ਵਾਲੀ ਕੁੜੀ ਨਾਲ ਰਹਿਣਾ ਮੇਰੇ ਲਈ ਮੁਸ਼ਕਲ ਸੀ। ਮੈਂ ਜੋਤੀ ਨੂੰ ਕਿਹਾ, ਤੂੰ ਇੱਕ ਵਾਰ ਇੱਥੋਂ ਚਲੀ ਜਾ। ਮੈਂ ਠੰਡੇ ਦਿਮਾਗ ਨਾਲ ਸੋਚ ਕੇ ਫੈਸਲਾ ਲਵਾਂਗਾ। ਮੈਂ ਗੁੱਸੇ ਵਿੱਚ ਕਿਸੇ ਨਾਲ ਵੀ ਨਾਇਨਸਾਫੀ ਨਹੀਂ ਕਰਨਾ ਚਾਹੁੰਦਾ ਸੀ। ਸਵੇਰ ਹੋਣ ਤੇ ਜੋਤੀ ਆਪਣੇ ਘਰ ਚਲੀ ਗਈ। ਮਾਂ ਦੀ ਤਬੀਅਤ ਠੀਕ ਨਹੀਂ ਸੀ, ਇਸ ਲਈ ਮੈਂ ਉਸ ਨੂੰ ਇਸ ਮਾਮਲੇ ਤੋਂ ਦੂਰ ਰੱਖਣਾ ਹੀ ਠੀਕ ਸਮਝਿਆ। ਮੇਰੇ ਕੋਲ ਤਾਂ ਆਪਣੇ ਭਰਾ ਨੂੰ ਪੁੱਛਣ ਲਈ ਕੋਈ ਵੀ ਸਵਾਲ ਨਹੀਂ ਸੀ। ਉਸ ਨੇ ਸਭ ਪਹਿਲਾਂ ਹੀ ਦੱਸ ਦਿੱਤਾ ਸੀ ਜੋ ਉਸ ਨੇ ਦੇਖਿਆ ਸੀ। ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ। ਕੁਝ ਦਿਨ ਇਸੇ ਉਲਝਣ ਵਿੱਚ ਹੀ ਲੰਘ ਗਏ। ਮੈਂ ਕਿਸੇ ਨਤੀਜੇ ਤੇ ਨਹੀਂ ਪਹੁੰਚ ਪਾਇਆ ਸੀ। ਮੇਰੇ ਭਰਾ ਨੇ ਮੈਨੂੰ ਕਿਹਾ ਕਿ ਮੈਂ ਜੋਤੀ ਤੋਂ ਤਲਾਕ ਲੈ ਲਵਾਂ। ਉਸ ਵਰਗੀਆਂ ਔਰਤਾਂ ਘਰ ਵਸਾਉਂਦੀਆਂ ਨਹੀਂ ਸਗੋਂ ਉਜਾੜਦੀਆਂ ਹਨ। ਪਰ ਮੇਰਾ ਦਿਲ ਇਹ ਰਿਸ਼ਤਾ ਤੋੜਨ ਲਈ ਨਹੀਂ ਮੰਨ ਰਿਹਾ ਸੀ। ਜੋਤੀ ਮੈਨੂੰ ਹਰ ਰੋਜ਼ ਫੋਨ ਕਰਦੀ ਪਰ ਮੈਂ ਕਦੇ ਫੋਨ ਨਾ ਚੁੱਕਦਾ। ਇੱਕ ਦਿਨ ਮੈਂ ਕੰਮ ਤੇ ਸੀ। ਮੈਨੂੰ ਖਬਰ ਮਿਲੀ ਕਿ ਮੇਰੇ ਭਰਾ ਦਾ ਐਕਸੀਡੈਂਟ ਹੋ ਗਿਆ ਹੈ। ਮੈਂ ਖਬਰ ਸੁਣਦੇ ਹੀ ਹਸਪਤਾਲ ਪਹੁੰਚਿਆ। ਉਸ ਦਾ ਬਹੁਤ ਬੁਰਾ ਐਕਸੀਡੈਂਟ ਹੋ ਗਿਆ। ਆਪਣੇ ਭਰਾ ਦੀ ਹਾਲਤ ਦੇਖ ਕੇ ਮੈਂ ਤਾਂ ਸਭ ਕੁਝ ਭੁੱਲ ਗਿਆ ਸੀ। ਜਦੋਂ ਮੇਰਾ ਭਰਾ ਕੁਝ ਦਿਨਾਂ ਬਾਅਦ ਥੋੜਾ ਠੀਕ ਹੋਇਆ ਤਾਂ ਉਸਨੇ ਜੋ ਮੈਨੂੰ ਕਿਹਾ ਸੁਣ ਕੇ ਮੈਂ ਸੁੰਨ ਹੋ ਗਿਆ। ਮੇਰੇ ਭਰਾ ਨੇ ਮੈਨੂੰ ਦੱਸਿਆ ਕਿ ਜੋਤੀ ਬੇਕਸੂਰ ਹੈ। ਉਹ ਜੋ ਵੀ ਕਹਿ ਰਹੀ ਸੀ ਉਹ ਸੱਚ ਸੀ। ਮੈਂ ਹੀ ਉਸ ਨੂੰ ਮਜਬੂਰ ਕਰ ਰਿਹਾ ਸੀ ਇਹ ਸਭ ਕਰਨ ਲਈ। ਉਹ ਤੇਰੇ ਨਾਲੋਂ ਰਿਸ਼ਤਾ ਨਹੀਂ ਤੋੜਨਾ ਚਾਹੁੰਦੀ ਸੀ, ਇਸ ਲਈ ਮਜਬੂਰੀ ਵਿੱਚ ਮੇਰੀ ਗੱਲ ਮੰਨ ਰਹੀ ਸੀ। ਮੇਰਾ ਭਰਾ ਰੋਂਦਾ ਹੋਇਆ ਕਹਿ ਰਿਹਾ ਸੀ, ਇਸ ਲਈ ਮੈਨੂੰ ਉਸ ਦੀ ਇਹ ਸਜ਼ਾ ਮਿਲੀ ਹੈ। ਮੈਂ ਹੁਣ ਚੱਲ ਫਿਰ ਵੀ ਨਹੀਂ ਸਕਦਾ। ਮੇਰੇ ਭਰਾ ਦੀ ਗੱਲ ਸੁਣ ਕੇ ਮੈਨੂੰ ਬਹੁਤ ਵੱਡਾ ਝਟਕਾ ਲੱਗਿਆ। ਮੈਂ ਯਕੀਨ ਨਹੀਂ ਕਰ ਪਾ ਰਿਹਾ ਸੀ ਕਿ ਇਹ ਮੇਰਾ ਉਹੀ ਸ਼ਰੀਫ ਤੇ ਨੇਕਦਿਲ ਭਰਾ ਹੈ। ਇਹ ਇੰਨਾ ਕਿਵੇਂ ਨੀਚ ਹੋ ਸਕਦਾ ਸੀ ਕਿ ਆਪਣੇ ਹੀ ਭਰਾ ਦੀ ਪਤਨੀ ਨਾਲ ਜ਼ਬਰਦਸਤੀ
ਮੇਰਾ ਭਰਾ ਜੋਤੀ ਦੀ ਖੂਬਸੂਰਤੀ ਦੇਖ ਕੇ ਉਸ ਤੇ ਬੇਈਮਾਨ ਹੋ ਗਿਆ ਸੀ, ਇਸ ਲਈ ਉਸਨੇ ਅਜਿਹਾ ਕੀਤਾ। ਮੈਂ ਹਸਪਤਾਲ ਚੋਂ ਨਿਕਲ ਕੇ ਜੋਤੀ ਦੇ ਘਰ ਵੱਲ ਚੱਲ ਪਿਆ, ਇਸ ਉਮੀਦ ਨਾਲ ਕਿ ਉਸ ਨੂੰ ਆਪਣੀ ਜ਼ਿੰਦਗੀ ਵਿੱਚ ਵਾਪਸ ਲੈ ਕੇ ਆਵਾਂਗਾ। ਉਸ ਕੋਲੋਂ ਮਾਫੀ ਮੰਗਾਂਗਾ। ਆਪਣੇ ਭਰਾ ਵੱਲੋਂ ਵੀ ਉਸ ਨੂੰ ਦੱਸਾਂਗਾ ਕਿ ਪਰਮਾਤਮਾ ਨੇ ਮੇਰੇ ਭਰਾ ਨੂੰ ਉਸ ਦੇ ਕੀਤੇ ਦੀ ਸਜ਼ਾ ਦੇ ਦਿੱਤੀ ਹੈ। ਮੈਨੂੰ ਯਕੀਨ ਸੀ ਕਿ ਜੋਤੀ ਮੈਨੂੰ ਤੇ ਮੇਰੇ ਭਰਾ ਨੂੰ ਮਾਫ ਕਰ ਦੇਵੇਗੀ। ਮੈਂ ਹੁਣ ਜੋਤੀ ਨਾਲ ਫਿਰ ਤੋਂ ਜ਼ਿੰਦਗੀ ਸ਼ੁਰੂ ਕਰਾਂਗਾ। ਜੋ ਵੀ ਹੋਇਆ ਉਸ ਨੂੰ ਭੁੱਲਣ ਦੀ ਪੂਰੀ ਕੋਸ਼ਿਸ਼ ਕਰਾਂਗਾ। ਕਦੇ-ਕਦੇ ਸਾਡੀ ਜ਼ਿੰਦਗੀ ਇਸ ਤਰ੍ਹਾਂ ਕਰਵਟ ਲੈਂਦੀ ਹੈ ਕਿ ਸਭ ਕੁਝ ਪਲਟ ਕੇ ਰੱਖ ਦਿੰਦੀ ਹੈ, ਪਰ ਰੱਬ ਸਭ ਕੁਝ ਦੇਖਦਾ ਹੈ। ਗਲਤ ਕਰਨ ਵਾਲਿਆਂ ਨੂੰ ਸਜ਼ਾ ਜ਼ਰੂਰ ਮਿਲਦੀ ਹੈ। ਕਦੇ ਕਿਸੇ ਬੇਗੁਨਾਹ ਦੀ ਜ਼ਿੰਦਗੀ ਬਰਬਾਦ ਨਾ ਕਰੋ।